ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਟ੍ਰਾਇੰਗਲਸ ਤ੍ਰੈਭੁਜ ਅਤੇ ਜਿਸ ਦੀ ਐਕਸਰਸਾਈਜ਼ ਹੈ ਸਾਡੇ ਕੋਲ 6.4 ਅਤੇ ਕੁਐਸਚਨ ਹੈ ਸਾਡਾ 7th। ਸੋ ਕੁਐਸਚਨ 7th ਦੇ ਬਾਰੇ ਗੱਲ ਕਰੀਏ ਤਾਂ ਇਹ ਕੁਐਸਚਨ ਤੁਹਾਨੂੰ ਪੜ੍ਹਨ ਦੇ ਲਈ ਜਾਂ ਸਟੇਟਮੈਂਟ ਨੂੰ ਪੜ੍ਹਦੇ ਆ ਤਾਂ ਤੁਹਾਨੂੰ ਜਿਹੜਾ ਕਨਫਿਊਜ਼ ਕਰਦਾ ਥੋੜਾ ਜਿਹਾ, ਇਸ ਕਰਕੇ ਕਰਦਾ ਕਿਉਂਕਿ ਇਸ ਵਿੱਚ 2-4 ਵਰਡ ਜਾਂ ਸ਼ਬਦ ਇਹੋ ਜਿਹੇ ਆਉਂਦੇ ਹਨ ਜਿਹੜੇ ਤੁਹਾਨੂੰ ਕਨਫਿਊਜ਼ ਕਰ ਦਿੰਦੇ ਹਨ। ਸੋ ਸਭ ਤੋਂ ਪਹਿਲਾਂ ਉਹਨਾਂ ਸ਼ਬਦਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਸ਼ਬਦਾਂ ਤੋਂ ਤੁਹਾਡੇ ਕੋਲ ਇੱਕ ਫਿਗਰ ਜਿਹੜੀ ਉਹ ਕਰੈਕਟ ਫਿਗਰ ਜਿਹੜੀ ਤੁਹਾਡੇ ਕੋਲ ਬਣਨੀ ਬਹੁਤ ਜ਼ਰੂਰੀ ਹੈ। ਜੇਕਰ ਉਹ ਆਕ੍ਰਿਤੀ ਤੁਹਾਡੇ ਕੋਲ ਪ੍ਰੋਪਰ ਬਣ ਜਾਂਦੀ ਹੈ ਤਾਂ ਤੁਸੀਂ ਕੁਐਸਚਨ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਕਿ ਸੋਲਵ ਕਰ ਸਕਦੇ ਹੋ। ਸੋ ਸ਼ੁਰੂ ਕਰਦੇ ਆਪਣਾ ਕੁਐਸਚਨ। ਸਿੱਧ ਕਰੋ ਕਿ ਇੱਕ ਵਰਗ ਦੀ ਕਿਸੇ ਭੁਜਾ ਤੇ ਬਣਾਏ ਗਏ ਸਮਭੁਜੀ ਤ੍ਰੈਭੁਜ ਦਾ ਖੇਤਰਫਲ ਉਸੇ ਵਰਗ ਦੇ ਇੱਕ ਵਿਕਰਨ, ਧਿਆਨ ਦੇਣਾ ਹੈ ਵਰਡ ਆ ਗਿਆ ਵਿਕਰਨ, ਤੇ ਬਣੇ ਸਮਭੁਜੀ ਤ੍ਰੈਭੁਜ ਦੇ ਖੇਤਰਫਲ ਦਾ ਅੱਧਾ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਵਰਡ ਆਉਂਦਾ ਸਾਡੇ ਕੋਲ ਇੱਕ ਵਰਗ। ਸੋ ਵਰਗ ਦਾ ਮਤਲਬ ਕੀ ਹੁੰਦਾ ਸਾਡੇ ਕੋਲ ਸਕੁਅਰ। ਸੋ ਫਿਰ ਸਾਡੇ ਕੋਲ ਆਉਂਦਾ ਹੈ ਸਮਭੁਜੀ ਤ੍ਰੈਭੁਜ। ਸੋ ਜਿਸ ਦਾ ਮਤਲਬ ਹੈ ਸਾਡੇ ਕੋਲ ਇਕੁਇਲੇਟਰਲ ਟ੍ਰਾਇੰਗਲ। ਸੋ ਕਲੀਅਰ। ਸੋ ਵਿਕਰਨ ਦਾ ਮਤਲਬ ਸਾਡੇ ਕੋਲ ਡਾਇਗਨਲ ਹੁੰਦਾ ਹੈ, ਅਸੀਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਵੀ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਲਵਾਂਗੇ ਵਰਗ ਲੈਂਦੇ ਹਾਂ। ਸੋ ਇਹ ਹੋਏਗਾ ਸਾਡਾ ਇੱਕ ਵਰਗ, ਸੋ ਜਿਸ ਦਾ ਨਾਮ ਹੋਏਗਾ ਸਾਡਾ ABC ਅਤੇ D। ਹੁਣ ਜਿਸ ਤਰ੍ਹਾਂ ਅਸੀਂ ਸਟੇਟਮੈਂਟ ਪੜ੍ਹਨੀ ਹੈ ਉਸ ਤਰ੍ਹਾਂ ਹੀ ਅਸੀਂ ਆਪਣੀ ਜਿਹੜੀ ਫਿਗਰ ਹੈ ਉਸ ਨੂੰ ਕੰਪਲੀਟ ਜਿਹੜਾ ਕਰਦੇ ਜਾਣਾ ਹੈ। ਸੋ ABCD ਇੱਕ ਵਰਗ ਹੈ ਦੀ ਕਿਸੇ ਭੁਜਾ, ਇਸ ਦੀ ਐਨੀ ਸਾਈਡ, ਕਿਸੇ ਵੀ ਸਾਈਡ ਤੇ ਬਣਾਏ ਗਏ ਸਮਭੁਜੀ ਤ੍ਰੈਭੁਜ ਦਾ ਖੇਤਰਫਲ। ਸੋ ਮਤਲਬ ਇਸ ਦੀ ਕਿਸੇ ਭੁਜਾ ਤੇ ਇੱਕ ਸਮਭੁਜੀ ਤ੍ਰੈਭੁਜ ਜਿਹੜੀ ਕਿ ਉਹ ਬਣ ਰਹੀ ਹੈ। ਸੋ ਮੰਨ ਲਓ ਕਿ ਇਸ ਭੁਜਾ ਦੇ ਉੱਪਰ ਇੱਕ ਸਮਭੁਜੀ ਤ੍ਰੈਭੁਜ ਜਿਹੜੀ ਉਹ ਬਣ ਰਹੀ ਹੈ। ਸੋ ਸਮਭੁਜੀ ਤ੍ਰੈਭੁਜ ਕਿਹੜੀ ਹੁੰਦੀ ਹੈ ਕਿ ਜਿਸ ਦੀਆਂ ਤਿੰਨੇ ਹੀ ਭੁਜਾਵਾਂ ਸਾਡੇ ਕੋਲ ਜਿਹੜੀਆਂ ਉਹ ਬਰਾਬਰ ਹੁੰਦੀਆਂ ਹਨ। ਸੋ ਜਿਸ ਤਰ੍ਹਾਂ 1, 2 ਤੇ ਤਿੰਨੇ ਭੁਜਾਵਾਂ ਸਾਡੇ ਕੋਲ ਬਰਾਬਰ ਹੋਣਗੀਆਂ ਤੇ ਸਾਡੇ ਕੋਲ ਕੀ ਆ ਜਾਏਗਾ ਪੁਆਇੰਟ F ਆ ਜਾਏਗਾ। ਠੀਕ ਹੈ, ਦੋਵਾਂ ਤੋਂ ਸਾਡੇ ਕੋਲ ਪੁਆਇੰਟ ਆ ਗਿਆ F। ਸੋ ਨਾਲ ਦੀ ਨਾਲ ਅਸੀਂ ਲਿਖਦੇ ਜਾਣਾ ਹੈ। ਮੰਨ ਲਓ ਸਾਡੇ ਕੋਲ ਇੱਕ ਵਰਗ ABCD ਹੈ। ਇਸ ਦੀ ਭੁਜਾ DC ਤੇ ਇੱਕ ਸਮਭੁਜੀ ਤ੍ਰੈਭੁਜ ਕਿਹੜੀ ਬਣਾਈ ਜਾਂਦੀ ਹੈ DCDF ਬਣਾਈ ਜਾਂਦੀ ਹੈ। ਸੋ ਤ੍ਰੈਭੁਜ ਬਣ ਗਈ, ਇਹ ਸਾਡੇ ਕੋਲ ਇੱਕ ਸਮਦੋਭੁਜੀ ਤ੍ਰੈਭੁਜ ਹੈ। ਫਿਰ ਸਟੇਟਮੈਂਟ ਕੀ ਹੈ, ਕਿਸੇ ਭੁਜਾ ਤੇ ਬਣਾਏ ਗਏ ਸਮਭੁਜੀ ਤ੍ਰੈਭੁਜ ਦਾ ਖੇਤਰਫਲ, ਮਤਲਬ ਕਿ ਇਸ ਤ੍ਰੈਭੁਜ ਦਾ ਖੇਤਰਫਲ ਧਿਆਨ ਨਾਲ ਸਮਝਣਾ ਹੈ। ਏਰੀਆ ਤ੍ਰੈਭੁਜ CDF ਕਲੀਅਰ। ਉਸੇ ਵਰਗ ਦੇ ਇੱਕ ਵਿਕਰਨ, ਮਤਲਬ ਕਿ ਇਸ ਵਰਗ ਦਾ ਸਾਡੇ ਕੋਲ ਜਿਹੜਾ ਇੱਕ ਵਿਕਰਨ ਜਿਹੜਾ ਹੈ ਉਹ ਬਣਦਾ ਹੈ। ਸੋ ਵਿਕਰਨ ਅਸੀਂ ਬਣਾ ਲੈਂਦੇ ਹਾਂ ਕਿ ਇਹ ਸਾਡੇ ਕੋਲ ਇੱਕ ਵਿਕਰਨ ਬਣ ਗਿਆ। ਠੀਕ ਹੈ, A ਨੂੰ C ਨਾਲ ਮਿਲਾਉਣ ਤੇ ਇੱਕ ਵਿਕਰਨ AC ਬਣਦਾ ਹੈ। ਸੋ ਵਿਕਰਨ ਮੀਨਸ ਸਾਡਾ ਡਾਇਗਨਲ ਜਿਹੜਾ ਉਹ ਤਿਆਰ ਹੁੰਦਾ ਹੈ। ਸੋ when we join opposite vertex of any figure then we have a diagonal। ਤਾਂ ਸਾਡੇ ਕੋਲ ਇੱਕ ਡਾਇਗਨਲ ਜਿਹੜਾ ਹੈ। ਸੋ ਇਸ ਦਾ ਮਤਲਬ ਕੀ ਹੋਇਆ ਕਿ ਜਦੋਂ ਵੀ ਅਸੀਂ ਕਿਸੇ ਫਿਗਰ ਦੇ ਜਿਹੜੇ ਓਪੋਜ਼ਿਟ ਵਰਟੈਕਸ ਹੁੰਦੇ ਹਨ ਉਹਨਾਂ ਨੂੰ ਅਸੀਂ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲ ਇੱਕ ਜਿਹੜਾ ਵਿਕਰਨ ਹੈ ਡਾਇਗਨਲ ਜਿਹੜਾ ਉਹ ਬਣ ਕੇ ਤਿਆਰ ਹੋ ਜਾਂਦਾ ਹੈ। ਸੋ ਇਸ ਤੋਂ ਬਾਅਦ ਸਾਡੇ ਕੋਲ ਇਸ ਵਿਕਰਨ ਦੇ ਉੱਪਰ ਇੱਕ ਸਮਭੁਜੀ ਤ੍ਰੈਭੁਜ ਹੋਰ ਬਣਦੀ ਹੈ। ਇਸ ਦੇ ਉੱਪਰ ਸਮਭੁਜੀ ਤ੍ਰੈਭੁਜ ਬਣਦੀ ਹੈ। ਸੋ ਬਣਾਉਂਦੇ ਹਾਂ ਅਸੀਂ, ਇਹ ਦੇਖੋ ਸਾਡੇ ਕੋਲ ਥੋੜਾ ਧਿਆਨ ਨਾਲ ਬਣਾਉਣਾ है। इस तरह साडे कोल एक समभुजी त्रिभुज जिहड़ी होर तैयार हो जाती है।
ਤੇ ਜਿਸ ਦਾ ਪੁਆਇੰਟ ਦਾ ਨਾਮ ਰੱਖ ਦਿੰਦੇ ਅਸੀਂ G। AC ਵਿਕਰਨ ਤੋਂ ਇੱਕ ਸਮਭੁਜੀ ਤ੍ਰੈਭੁਜ ACG ਤਿਆਰ ਹੁੰਦੀ है। ਸੋ ਇਸ ਦੀਆਂ ਜਿਹੜੀਆਂ ਤਿੰਨੇ ਭੁਜਾਵਾਂ ਸਾਡੇ ਕੋਲ ਕੀ ਹਨ, ਉਹ ਬਰਾਬਰ ਹਨ। ਸੋ ਹੁਣ ਸਾਡੇ ਕੋਲ ਕਿਹਾ ਗਿਆ ਹੈ ਕਿ ਇਸ ਤ੍ਰੈਭੁਜ ਦਾ ਖੇਤਰਫਲ ਉਸੇ ਵਰਗ ਦੇ ਕਿਸੇ ਵਿਕਰਨ ਤੇ ਬਣੇ ਸਮਭੁਜੀ ਤ੍ਰੈਭੁਜ ਦੇ ਖੇਤਰਫਲ ਦਾ ਅੱਧਾ ਹੁੰਦਾ ਹੈ। मतलब कि नीचे आएगा साढ़े कोल एरिया त्रिभुज ACG त्रिभुज बराबर। हुण ये की है कि इहदा जिन्ना खेत्रफल है इस तो अद्धा खेत्रफल किहदा है उपर वाली त्रिभुज दा साडे कोल आउंदा है। सो बिल्कुल ध्यान नाल समझना है। हुण असीं लैंदे हां त्रिभुज DFC, त्रिभुज DFC, DF बराबर FC बराबर CD साडे कोल सारियां बराबर हैं। मान लो इत्थे लिखते हैं, मान लो बराबर है साडे को A, मतलब कि इसदियां सारियां भुजावां बराबर होणगे तां असीं इसदी भुजावां नूं की मान लिया A मान लिया, मतलब कि इसदी ये भी भुजा A हो गई, A वाली भी A हो गई तो ये भुजा भी A हो गई। इसे तरह त्रिभुज ACG विच AC बराबर CG बराबर AG बराबर होएगा साडे को A। सो इस दियां जिहड़ियां सारियां भुजावां जिहड़ियां साडे को किहदे बराबर आ जांदियां हन, A दे बराबर आ जांदियां हन। पर AC वर्ग ABCD दा विकर्ण है जो √2A दे बराबर होवेगा। सो इहदा मतलब कि साडे कोल जिहड़ी ये भुजा है AC है, ये बराबर होएगी √2A। सो किस तरह बराबर होगी, ध्यान नाल समझना। जे ये √2A होया तो ये भी साडे कोल √2A होणगियां। सो देखो साडे कोल एक वर्ग है, वर्ग जिहड़ा साडे कोल है A B C ਅਤੇ D, ये साडे कोल आ गया विकर्ण। हुण वर्ग दीयां सारियां भुजावां बराबर होंदियां, मान लो ये भी A है, ये भी A है, तो ये भी A ते ये भी A है। सो त्रिभुज ABC विच, सो जदों असीं त्रिभुज ABC की गल करते हैं तो साडे कोल इस दे विच विकर्ण होंदा है साडे कोल ये AC साडे कोल विकर्ण है जिसनूं असीं H बोलते हैं। इत्थे लाने असीं पाइथागोरस थ्योरम तो H² इज इक्वल टू P² प्लस B²। सो H की होएगा साडे कोल जिहड़ी डायगोनल हुंदा है वर्ग दा, साडे कोल H हुंदा है। सो H बराबर आ जाएगा साडे को इज इक्वल टू P² प्लस B²। सो ये दोवां भुजावां चों एक साडे को P होएगी, दूजी होएगी B। सो वैल्यूज़ पुट करते हैं। H बराबर P कितना है साडे को A दा वर्ग प्लस B भी कितना है A दा वर्ग। सो A दा वर्ग साडे को प्लस हो गया, साडे को बन गया 2A दा वर्ग। सो असीं करते हैं H² इज इक्वल टू √2 इंटू A दा स्केयर। सो A दा रूट जिहड़ा कैंसल हो गया साडे को। तो सानूं पता जो वर्गमूल दे विच किसी संख्या दा वर्ग होवे तां ओह वर्गमूल दे नाल कट्टिया जांदा है। तो साडे कोल साडे कोल H आना सिंगल। सो साडे कोल H है बराबर आ जांदा है √2A। सो जो H √2A आ गया तो H साडे कोल की सी साडा A सी। सो ये आ गया √2A। सो इसलिए जेकर A √2A है तो साडे कोल A भुजा भी कितनी हो जाएगी √2A ਅਤੇ ਇਹ ਭੁजा भी कितनी हो जाएगी √2A। इसलिए ये भुजावां साडे कोल किहदे बराबर आ जांदियां हन √2A दे बराबर। सो इत्थे तुसीं इस तरह ही रहन दो, इधर लिख लो। इसलिए AC बराबर CG इज इक्वल टू साडे को आएगा AG। सो इज इक्वल टू आ गया √2A। सो इस तो बाद जदों साडे कोले दोवें त्रिभुज जिहड़े ने आपस विच की हन साडे कोल सो इस तरह हुण साडे कोले दोवें त्रिभुज जिहड़े ने
ACG ਅਤੇ CDF ਜਾਂ DFC ਕੋਈ ਵੀ ਅਸੀਂ ਲਿਖ ਲਈਏ, ਦੋਵੇਂ ਸਾਡੇ ਕੋਲ ਸਮਰੂਪ ਹੋਣਗੇ। ਇਸ ਲਈ ਤ੍ਰੈਭੁਜ ACG ਸਮਰੂਪ ਹੈ ਤ੍ਰੈਭੁਜ CDF ਦੇ। ਸੋ ਦੋਵੇਂ ਤ੍ਰੈਭੁਜ ਸਾਡੇ ਕੋਲ ਜਿਹੜੇ ਉਹ ਸਮਰੂਪ ਪਾਉਂਦੇ ਹਨ ਆਪਸ ਦੇ ਵਿੱਚ। ਹੁਣ ਇਸ ਤੋਂ ਬਾਅਦ ਜਦੋਂ ਸਾਡੇ ਕੋਲ ਇਹ ਆ ਗਈ ਭੁਜਾ √2a ਅਤੇ ਇਹ ਭੁਜਾ ਹੈ ਸਾਡੇ ਕੋਲ a, ਤਾਂ ਸਾਡੇ ਕੋਲ ਦੋਵੇਂ ਤ੍ਰੈਭੁਜ DFC ਅਤੇ ਤ੍ਰੈਭੁਜ ਸਾਡੇ ਕੋਲ ਦੂਸਰੀ ਬਣ ਰਹੀ ਹੈ ਸਾਡੀ ਤ੍ਰੈਭੁਜ ACG, ਦੋਵੇਂ ਸਮਰੂਪ ਹੋਣਗੇ ਆਪਸ ਦੇ ਵਿੱਚ। ਤ੍ਰੈਭੁਜ DFC ਸਮਰੂਪ ਹੈ ਤ੍ਰੈਭੁਜ ACG। ਇਸ ਲਈ ਹੁਣ ਸਾਡੇ ਕੋਲ ਇਹਦੀਆਂ ਜਿਹੜਾ ਖੇਤਰਫਲ ਹੋਏਗਾ ਏਰੀਆ ਤ੍ਰੈਭੁਜ DFC ਓਵਰ ਏਰੀਆ ਤ੍ਰੈਭੁਜ ACG ਕਿਹਦੇ ਬਰਾਬਰ ਹੋਏਗਾ? ਇਸ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ। ਸੋ ਸੰਗਤ ਭੁਜਾਵਾਂ ਮਤਲਬ ਕਿ ਇਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ। ਸੋ ਅਸੀਂ ਕੋਈ ਵੀ ਦੋ ਲਿਖ ਲੈਂਦੇ ਹਾਂ। ਅਸੀਂ ਦੇਖ ਲਓ DC ਓਵਰ AC ਲਿਖ ਲੈਂਦੇ ਹਾਂ ਅਸੀਂ, DC ਓਵਰ AC। ਹੁਣ ਜਿਹੜੀ ਸਾਡੇ ਕੋਲ DC ਹੈ ਓਵਰ AC ਹੈ, ਇਹ ਸਾਡੇ ਕੋਲ ਕਿਆ ਹੋਣਗੀਆਂ? ਵਰਗ ਦੇ ਬਰਾਬਰ, ਕਿਉਂਕਿ ਸਾਡੇ ਕੋਲ ਥਿਊਰਮ ਕਿਹੜੀ ਲੱਗਦੀ ਹੈ? ਸਮਰੂਪ ਤ੍ਰੈਭੁਜਾਂ ਦਾ ਖੇਤਰਫਲ। ਸੋ ਸਾਡੇ ਕੋਲ ਬਰਾਬਰ ਆਏਗਾ DC ਸਾਡੇ ਕੋਲ ਕਿੰਨੀ ਹੈ? A, ਅਤੇ ਜਿਹੜੀ AC ਹੈ ਸਾਡੇ ਕੋਲ ਇਹ ਕਿੰਨੀ ਹੈ? √2a। ਇਸ ਦਾ ਵਰਗ ਹੋ ਗਿਆ ਸਾਡੇ ਕੋਲ ਬਣਦਾ ਹੈ A² ਓਵਰ √2 ਦਾ ਸਕੇਅਰ, ਤੇ ਨਾਲ ਆ ਗਿਆ ਸਾਡੇ ਕੋਲ A ਦਾ ਸਕੇਅਰ। A² ਕੈਂਸਲ ਹੋ ਗਿਆ ਸਾਡੇ ਕੋਲ, ਇਹ ਆ ਗਿਆ 1 ਸਕੇਅਰ ਜਿਹੜਾ √2 ਦੇ ਨਾਲ ਕੈਂਸਲ ਹੋ ਗਿਆ, ਸਾਡੇ ਕੋਲ ਆ ਗਿਆ 1/2। ਸੋ ਇਸ ਲਈ ਏਰੀਆ ਤ੍ਰੈਭੁਜ DFC ਓਵਰ ਏਰੀਆ ਤ੍ਰੈਭੁਜ ACG ਬਰਾਬਰ ਆਏਗਾ ਸਾਡੇ ਕੋਲ 1/2। ਸੋ ਇਹ ਸੀ ਸਾਡੇ ਕੋਲ ਕੁਐਸਚਨ ਨੰਬਰ ਸਾਡਾ 7th, ਜਿਸ ਦੇ ਵਿੱਚ ਸਾਡੇ ਕੋਲ ਦਿੱਤਾ ਗਿਆ ਸੀ ਕਿ ਸਾਡੇ ਕੋਲ ਵਰਗ ਹੈ ਅਤੇ ਉਸ ਵਰਗ ਦੀ ਕਿਸੇ ਇੱਕ ਭੁਜਾ ਤੇ ਇੱਕ ਸਮਭੁਜੀ ਤ੍ਰੈਭੁਜ ਬਣਦੀ ਹੈ, ਤੇ ਨਾਲ ਹੀ ਉਸਦੇ ਵਿਕਰਨ ਤੇ ਇੱਕ ਸਮਭੁਜੀ ਤ੍ਰੈਭੁਜ ਜਿਹੜੀ ਉਹ ਬਣਦੀ ਹੈ। ਸੋ ਜਿਹੜੀ ਸਮਭੁਜੀ ਤ੍ਰੈਭੁਜ ਅਸੀਂ ਪਹਿਲਾਂ ਲਈ ਉਹ ਸੀ DFC, ਜਿਸ ਦੀਆਂ ਭੁਜਾਵਾਂ ਕੀ ਲਈਆਂ ਸੀ? A ਦੇ ਬਰਾਬਰ। ਸੋ ਜਿਹੜੀ ਭੁਜਾ ਵਿਕਰਨ AC ਤੇ ਬਣਦੀ ਹੈ ਉਸ ਦੀਆਂ ਭੁਜਾਵਾਂ ਸਾਡੇ ਕੋਲ ਕਿੰਨੀਆਂ ਆਈਆਂ? √2a। ਸੋ ਸਭ ਤੋਂ ਪਹਿਲਾਂ ਦੇਖੋ ਅਸੀਂ ਉਸ ਦੀਆਂ ਭੁਜਾਵਾਂ A ਲਿਖੀਆਂ ਹਨ। ਸੋ ਬਾਅਦ ਵਿੱਚ ਅਸੀਂ ਪਰ ਲਿਖਿਆ ਕਿ AC ਜਿਹੜਾ ਵਰਗ ABCD ਵਰਗ ਦਾ ਇੱਕ ਵਿਕਰਨ ਹੈ। ਜਿਹੜਾ ਵਿਕਰਨ ਹੁੰਦਾ ਹੈ ਸਾਡੇ ਕੋਲ ਉਹਦੀ ਭੁਜਾ ਕਿੰਨੀ ਹੁੰਦੀ ਹੈ? √2a ਹੁੰਦੀ ਹੈ। ਸੋ ਕਿਸ ਤਰ੍ਹਾਂ ਸਿੱਧ ਕਰਨਾ? ਅਸੀਂ ਪਾਈਥਾਗੋਰਸ ਥਿਊਰਮ ਨਾਲ ਵੇਖਿਆ ਹੈ। ਇਸ ਲਈ ਸਾਡੇ ਕੋਲ ACCG AG ਜਿਹੜੀ ਬਰਾਬਰ ਕਿਹਦੇ ਆ ਗਏ? √2a ਦੇ। ਸੋ ਪਹਿਲਾਂ ਇਸ ਤਰ੍ਹਾਂ ਸ਼ੋਅ ਕਰਨਾ, ਬਾਅਦ ਵਿੱਚ ਅਸੀਂ ਪੂਰਾ ਸਿੱਧ ਕਰਕੇ ਦੱਸਿਆ ਕਿ ਇਹਦੀ ਭੁਜਾ ਜਿਹੜੀ ਕਿੰਨੀ ਹੋਏਗੀ? √2a ਹੋਵੇਗੀ। ਸੋ ਉਸ ਤੋਂ ਬਾਅਦ ਸਾਡੇ ਕੋਲ ਇਸ ਤ੍ਰੈਭੁਜ ਦਾ ਖੇਤਰਫਲ ਵਟਾ ਇਸ ਤ੍ਰੈਭੁਜ ਦਾ ਖੇਤਰਫਲ ਜਿਹੜਾ ਆਣਾ ਸੀ, ਤੇ ਕੀ ਸਿੱਧ ਕਰਨਾ ਸੀ ਕਿ ਜਿਹੜਾ ਇਸ ਦਾ ਖੇਤਰਫਲ ਹੈ ਉਹ ਇਸ ਖੇਤਰਫਲ ਦਾ ਅੱਧਾ ਹੈ। ਸੋ ਮਤਲਬ ਦੇਖੋ ਸਾਡੇ ਕੋਲ ਆਇਆ 2 ਦਾ ਅੱਧਾ ਕਿੰਨਾ? 1। ਇਸ ਤਰ੍ਹਾਂ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਹ ਸਿੱਧ ਹੁੰਦਾ ਹੈ। ਸੋ ਉਮੀਦ ਕਰਦਾ ਹੈ ਕਿਹੜਾ ਕੁਐਸਚਨ 7th ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੇ ਲਿੰਕ ਮਿਲਦੇ ਰਹਿਣ। ਸੋ ਜੇ ਕੋਈ ਕਮੀ ਲੱਗਦੀ ਹੈ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਤਾਂ ਜੋ ਉਸ ਨੂੰ ਅਸੀਂ ਸਹੀ ਕਰ ਸਕੀਏ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।